ਗਵਰਨਮੈਂਟ ਸ਼ਟਡਾਊਨ 35ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਆ। ਇਹ ਹੁਣ ਤੱਕ ਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਜਿਹੜਾ ਸ਼ਟਡਾਊਨ ਆ ਉਸ ਦੀ ਬਰਾਬਰੀ ਇਹ ਕਰ ਚੁੱਕਾ ਆ। ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ 35 ਦਿਨ ਗਵਰਨਮੈਂਟ ਸ਼ਟਡਾਊਨ ਰਹੀ ਸੀ। ਅੱਜ ਜੋ ਹਾਲਾਤ ਨਜ਼ਰ ਆ ਰਹੇ ਆ, ਲੱਗਦਾ ਹੈ 36ਵੇਂ ਦਿਨ ਦੇ ਵਿੱਚ ਵੀ ਜਿਹੜਾ ਉਹ ਜਾਵੇਗਾ ਤੇ ਇਹ ਨਵਾਂ ਰਿਕਾਰਡ ਸ਼ਟਡਾਊਨ ਦਾ ਬਣ ਸਕਦਾ ਹੈਗਾ ਆ। ਸੋ 2018 ਦੇ ਵਿੱਚ ਪਿਛਲਾ ਰਿਕਾਰਡ ਟਰੰਪ ਹੁਣਾਂ ਦੇ ਸਰਕਾਰ ਦੇ ਦਰਮਿਆਨ ਜਿਹੜਾ ਉਹ ਬਣਿਆ ਸੀ, ਤੇ ਹੁਣ ਇੱਕ ਵਾਰੀ ਫੇਰ ਜਿਹੜਾ ਉਹਨਾਂ ਦੀ ਹੀ ਪ੍ਰਸ਼ਾਸਨ ਦੇ ਵਿੱਚ ਦੁਬਾਰਾ ਰਿਕਾਰਡ ਬਣ ਰਿਹਾ। ਮਾਈਕ ਜੌਨਸਨ ਹੁਣਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਆ, ਤੇ ਉਹਨਾਂ ਦੇ ਨਾਲ ਜਿਹੜੇ ਮੈਜੋਰਟੀ ਲੀਡਰ ਜੌਨ ਥੂਨ ਉਹ ਵੀ ਜਿਹੜੇ ਉਹ ਸੀਗੇ, ਤੇ ਕਹਿੰਦੇ ਵੀ ਆਪਟੀਮਿਸਟਿਕ ਨੇ, ਅਸੀਂ ਆਸਵੰਦ ਹਾਂ ਵੀ ਆਉਂਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਆਫ ਰੈਂਪ ਇਹਨਾਂ ਨੂੰ ਮਿਲ ਜਾਵੇਗਾ। ਸੋ ਇਹ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਕੋਈ ਵੀ ਦੋਨੋਂ ਪਾਰਟੀਆਂ ਆਪੋ ਆਪਣੀਆਂ ਜਿੱਦਾਂ ਨੂੰ ਹਾਲ ਦੀ ਘੜੀ ਨਹੀਂ ਛੱਡ ਰਹੀਆਂ, ਇੱਕ ਦੂਜੇ ਦੇ ਉੱਤੇ ਬਲੇਮ ਗੇਮ ਜਿਹੜੀਆਂ ਆ ਉਹ ਕਰ ਰਹੀਆਂ ਨੇ, ਤੇ ਇਹੀ ਜਿਹੜੀਆਂ ਉਹ ਕਹਿ ਰਹੀਆਂ ਵੀ ਜਿਹੜਾ ਆ ਦੂਜੀ ਪਾਰਟੀ ਦੇ ਕਰਕੇ ਹੀ ਜਿਹੜਾ ਸ਼ਟਡਾਊਨ ਆ ਉਹ ਚੱਲ ਰਿਹਾ ਆ। ਉਂਝ ਦੇਖਿਆ ਜਾਵੇ ਤਾਂ ਮੈਜੋਰਟੀ ਜਿਹੜੀ ਆ ਦੋਨਾਂ ਸਦਨਾਂ ਦੇ ਵਿੱਚ ਰਿਪਬਲਿਕਨਸ ਦੀ, ਤੇ ਨਾਲ ਪ੍ਰੈਜ਼ੀਡੈਂਟ ਜਿਹੜੇ ਉਹ ਵੀ ਰਿਪਬਲਿਕਨ ਪਾਰਟੀ ਦੇ ਆ। ਪਰ ਜਿਹੜੇ ਡੈਮੋਕ੍ਰੇਟ ਆ ਉਹ ਇਸ ਟਾਈਮ ਆਪਣੇ ਕਹਿ ਸਕਦੇ ਆ ਵੀ ਲੱਤਾਂ ਫਸਾਈ ਬੈਠੇ ਆ ਜਾਂ ਪੈਰ ਫਸਾਈ ਬੈਠੇ ਆ। ਉਹ ਕਹਿੰਦੇ ਵੀ ਨਹੀਂ, ਸਾਡੇ ਜਿਹੜੀਆਂ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀਜ਼ ਆ ਉਸ ਨੂੰ ਬਰਕਰਾਰ ਰੱਖੋ, ਉਸ ਨੂੰ ਐਕਸਟੈਂਡ ਕਰੋ, ਅਦਰਵਾਈਜ਼ ਅਸੀਂ ਇਸ ਦੇ ਵਿੱਚ ਤੁਹਾਡੀ ਸਪੋਰਟ ਨਹੀਂ ਕਰਾਂਗੇ। ਰਿਪਬਲਿਕਨ ਨੇ ਇੱਕ ਟਾਈਮ ਤੇ ਕਿਹਾ ਸੀਗਾ ਵੀ ਆਪਾਂ 1 ਸਾਲ ਲਈ ਮਿਡ ਟਰਮ ਇਲੈਕਸ਼ਨ ਤੱਕ ਆਪਾਂ ਸਬਸਿਡੀਜ਼ ਨੂੰ ਵਧਾ ਦਿੰਨੇ ਆ, ਤੇ ਉਹ ਉਸ ਦੇ ਲਈ ਜਿਹੜੇ ਡੈਮੋਕ੍ਰੇਟਸ ਨਹੀਂ ਮੰਨੇ, ਕਹਿੰਦੇ ਵੀ ਤੁਸੀਂ ਬਾਅਦ ਦੇ ਵਿੱਚ ਫੇਰ ਇਹੀ ਕੁੰਡੀ ਜਿਹੜੀ ਉਹ ਫਸਾ ਲੈਣੀ ਆ ਅਗਲੀ ਵਾਰੀ ਫੇਰ, ਸੋ ਇਸ ਨੂੰ ਲੰਮੇ ਸਮੇਂ ਦੇ ਲਈ ਐਕਸਟੈਂਡ ਜਿਹੜਾ ਕਰੋ। ਜਿਹੜੀ ਵੀ ਸੱਤਾਧਾਰੀ ਹੁੰਦੀ ਆ ਉਹ ਹਮੇਸ਼ਾ ਹੀ ਇਸ ਤਰੀਕੇ ਦੇ ਨਾਲ ਮਨਵਾਉਣ ਦੀ ਕੋਸ਼ਿਸ਼ ਕਰਦੀ ਆ, ਤੇ ਆਪੋਜੀਸ਼ਨ ਵੀ ਆਪਣੀਆਂ ਗੱਲਾਂ ਮਨਵਾਉਣ ਦੀ ਕੋਸ਼ਿਸ਼ ਕਰਦੀ ਆ। ਪਰ ਇਸ ਵਾਰ ਕਹਿੰਦੇ ਵੀ ਦੋਨੋਂ ਹੀ ਪਾਰਟੀਆਂ ਆਪਣੇ ਫੀਟ ਆ ਉਹ ਡਰੈਗ ਕਰ ਰਹੀਆਂ ਆ, ਤੇ ਟੇਬਲ ਦੇ ਉੱਤੇ ਬੈਠਣ ਨੂੰ ਰਾਜੀ ਜ਼ਿਆਦਾ ਨਹੀਂ ਆ। ਉੱਦਾਂ ਅੱਜ ਰਿਪਬਲਿਕਨਸ ਕਹਿ ਰਹੇ ਆ, ਜਿਹੜੇ ਮਾਈਕ ਜੌਨਸਨ ਤੇ ਹੋਰ ਜਿਹੜੇ ਰਿਪਬਲਿਕਨਸ ਉਹ ਕਹਿੰਦੇ ਵੀ ਅਸੀਂ ਮੋਡਰੇਟ ਡੈਮੋਕ੍ਰੇਟਸ ਜਿਹੜੇ ਨੇ ਉਹਨਾਂ ਨੂੰ ਗੁਹਾਰ ਜਿਹੜੀ ਉਹ ਲਾ ਰਹੇ ਆ, ਤਾਂ ਜੋ ਜਿਹੜੇ ਆ ਇਹਨਾਂ ਜਿਹੜੀ ਸ਼ਟਡਾਊਨ ਆ ਉਸ ਨੂੰ ਖਤਮ ਕੀਤਾ ਜਿਹੜਾ ਹੋ ਜਾ ਸਕੇ। ਹਾਊਸ ਦੇ ਵਿੱਚ ਕੋਈ ਰੌਲਾ ਨਹੀਂ, ਉਹਨਾਂ ਦੇ ਵਿੱਚ ਉਹਨਾਂ ਦੇ ਬਿੱਲ ਪਾਸ ਨੇ। ਸੈਨੇਟ ਦੇ ਵਿੱਚ 60 ਸੀਟਾਂ ਜਿਹੜੀਆਂ 60 ਵੋਟਾਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਆ, ਤੇ ਉੱਥੇ ਤੱਕ ਜਿਹੜੀ ਇਹਨਾਂ ਦੀ ਪਹੁੰਚ ਨਹੀਂ ਹੋ ਰਹੀ ਹੈਗੀ। ਸੋ ਤਕਰੀਬਨ 4 ਤੋਂ 5 ਜਿਹੜੇ ਘੱਟੋ ਘੱਟ ਇਹਨਾਂ ਨੂੰ ਡੈਮੋਕ੍ਰੇਟ ਜਿਹੜੇ ਉਹ ਚਾਹੀਦੇ ਹੋਣਗੇ, ਜਿਹੜੇ ਇਹਨਾਂ ਦੇ ਵੱਲ ਨੂੰ ਭੁਗਤਣ, ਤਾਂ ਜੋ ਜਿਹੜੇ 60 ਦਾ ਬੈਂਚਮਾਰਕ ਆ ਉਸ ਨੂੰ ਤੋੜ ਸਕਣ ਤੇ ਬਿੱਲ ਜਿਹੜਾ ਉਹ ਕੋਈ ਪਾਸ ਹੋ ਸਕੇ। ਉਧਰ ਲੇਬਰ ਸਕੱਤਰ ਨੇ ਜਿਹੜੀ ਆਪਾਂ ਪਤਾ ਵੀ ਜਿਹੜੇ ਫੂਡ ਸਟੈਂਪ ਤੇ ਸਨੈਪ ਪ੍ਰੋਗਰਾਮ ਉਹ 1 ਨਵੰਬਰ ਤੋਂ ਇਹਨਾਂ ਨੇ ਬੰਦ ਕਰਤਾ ਸੀ, ਫਿਰ ਇਹਨਾਂ ਨੇ ਕਿਹਾ ਵੀ ਨਹੀਂ, ਬੁੱਧਵਾਰ ਤੋਂ ਆਪਾਂ ਬਹਾਲ ਕਰਾਂਗੇ। ਅੱਧੀ ਕੁ ਰਾਸ਼ੀ ਜਿਹੜੀ ਮਿਲਦੀ ਆ ਜਿੰਨਾ ਸਾਰਿਆਂ ਨੂੰ 42 ਮਿਲੀਅਨ ਅਮਰੀਕਨਸ ਨੂੰ, ਉਹਨਾਂ ਵਿੱਚੋਂ ਅੱਧੀ ਰਾਸ਼ੀ ਜਿੰਨੀ ਬਣਦੀ ਸੀ ਉਹ ਉਹਨਾਂ ਨੂੰ ਦੇਵਾਂਗੇ। ਅੱਜ ਲੇਬਰ ਸਕੱਤਰ ਨੇ ਅੱਜ ਇੱਕ ਹੋਰ ਨਵੀਂ ਜਿਹੜੀ ਗੱਲ ਆ ਉਹ ਦੱਸੀ ਆ। ਉਹਨਾਂ ਨੇ ਕਿਹਾ ਵੀ ਜਿਹੜੀ ਅਨਇੰਪਲੋਇਮੈਂਟ ਇੰਸ਼ੋਰੈਂਸ ਆ ਉਸ ਦੇ ਉੱਤੇ ਹੁਣ ਗਾਜ ਡਿੱਗ ਸਕਦੀ ਆ। ਕਹਿੰਦੇ ਵੀ ਜੇ ਸ਼ਟਡਾਊਨ ਜ਼ਿਆਦਾ ਲੰਮਾ ਸਮਾਂ ਚੱਲਦਾ ਰਿਹਾ, ਜੋ ਕਿ ਹੁਣ ਲੌਂਗੈਸਟ ਔਨ ਰੈਕਰਡ ਬਣ ਜਾਣਾ ਆ ਜੇ ਕੱਲ ਤੱਕ ਵੀ ਇਹ ਜਾਰੀ ਰਹਿੰਦਾ ਆ, ਤਾਂ ਉਹਨਾਂ ਨੇ ਕਿਹਾ ਵੀ ਨੈਕਸਟ ਥਿੰਗ ਵੀ ਹੈਵ ਟੂ ਬੀ ਕੰਸਰਨਡ ਅਬਾਊਟ ਇਜ਼ ਅਨਇੰਪਲੋਇਮੈਂਟ ਇੰਸ਼ੋਰੈਂਸ। ਜਿਹਨਾਂ ਲੋਕਾਂ ਦੀ ਜੌਬ ਚਲੇ ਜਾਂਦੀ ਆ, ਤੇ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਵਿੱਚ ਜਿਹੜੀ ਆਪਾਂ ਮਨੀ ਹਰ ਪੇਚੈਕ ਦੇ ਵਿੱਚੋਂ ਦਿੰਦੇ ਉਹ ਬਾਅਦ ਦੇ ਵਿੱਚ ਆਪਾਂ ਨੂੰ ਮਿਲਦੀ ਆ, ਤਾਂ ਉਹ ਕਹਿੰਦੇ ਵੀ ਉਸ ਦੇ ਉੱਤੇ ਗਾਜ ਜਿਹੜੀ ਉਹ ਡਿੱਗ ਸਕਦੀ ਆ। ਅਮਰੀਕਨ ਵਰਕਰਸ ਕਹਿੰਦੇ ਵੀ ਉਹਨਾਂ ਨੂੰ ਉਹ ਡਿਜ਼ਰਵ ਕਰਦੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਦਾ ਅਗਲਾ ਪੇਚੈਕ ਉਹ ਆਉਣਾ ਆ ਜਾਂ ਨਹੀਂ ਆਉਣਾ, ਜਾਂ ਕਦੋਂ ਜਿਹੜਾ ਇਸ ਦੇ ਵਿੱਚ ਆਉਣਾ ਆ। ਤੇ ਹੁਣ ਸਿਚੁਏਸ਼ਨ ਜਿਹੜੀ ਉਹ ਖਾਸੀ ਜਿਹੜੀ ਉਹ ਮਾੜੀ ਬਣੀ ਪਈ ਆ। ਸੋ ਗਵਰਨਮੈਂਟ ਸ਼ਟਡਾਊਨ ਦੇ ਖੁੱਲਣ ਦਾ ਅਜੇ ਤੱਕ ਕੋਈ ਜਿਹੜਾ ਅਸਾਰ ਆ ਉਹ ਨਜ਼ਰ ਨਹੀਂ ਆ ਰਿਹਾ। ਸੋ ਮੋਡਰੇਟ ਡੈਮੋਕ੍ਰੇਟਸ ਵੱਲ ਨੂੰ ਜਿਹੜੀ ਆ ਉਹ ਹੁਣ ਰੁੱਖ ਕਰ ਰਹੇ ਨੇ ਮਾਈਕ ਜੌਨਸਨ ਤੇ ਰਿਪਬਲਿਕਨਸ, ਤਾਂ ਜੋ ਕਹਿੰਦੇ ਵੀ ਇਹ ਜਿਹੜੀ ਸ਼ਟਡਾਊਨ ਆ ਉਸ ਨੂੰ ਖਤਮ ਕੀਤਾ ਜਾ ਸਕੇ।